श्री नानक पद पंकज बंदन पद पंकज बंदना सिमरो अंगद दोख निकंदना। अमरदास गुर हृदय त्यावो हृदय त्यावो। श्री गुरु रामदास गुण गावो। श्री अर्जन विघ्नन के नाशक विघ्नन के नाशक। हर गोविंद शुभ सुमत प्रकाशक। श्री हर राय नमो कर जोरी नमो कर जोरी। गुरु हर कृष्ण बनाए बहोरी। तेग बहादुर परम कृपाला परम कृपाला। श्री गुरु गोबिंद सिंह विसाला। तरों तरा पर पुन पुन सीसा पुन पुन सीसा। बंदों बार बार जगदीशा। जिसमें है अमृत ज्ञान है मानक भगत बैराग। श्री गुरु ग्रंथ साहिब उदद बंदों कर अनुराग। एक ओंकारा सतगुरु ते प्रसाद सत होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। हाकल छंद क्या कमल नैनन जब लिखा तब निकस्यो इतना सीखा। जुग जुग अटल ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੇ ਅਤ ਸਤਿਕਾਰਯੋਗ ਸਤਸੰਗੀ ਜਣੋ, ਦੋਵੇਂ ਹੱਥ ਜੋੜ ਕੇ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਜੀ ਦੀ ਅਪਾਰ ਰਹਿਮਤ ਦੇ ਸਦਕਾ ਅਸੀਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੂਰਵ ਰਾਤ ਅਧਿਆਇ 18ਵੇਂ ਦਾ ਪ੍ਰਸੰਗ ਕਰ ਰਹੇ ਹਾਂ, ਜਿਸ ਦੇ ਵਿੱਚ ਅਸੀਂ ਪਿਛਲੇ ਦੀਵਾਨਾਂ ਦੇ ਵਿੱਚ ਇੱਥੋਂ ਤੱਕ ਵਿਚਾਰ ਸਰਵਣ ਕਰ ਚੁੱਕੇ ਸਾਂ ਕਿ ਕਿਸੇ ਮਨੁੱਖ ਨੇ ਜੈ ਰਾਮ ਜੀ ਦੇ ਕੋਲ ਜਾ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਚੁਗਲੀ ਕੀਤੀ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਧਨ ਲੁਟਾਈ ਜਾ ਰਹੇ ਨੇ, ਵੀ ਜਦੋਂ ਕਿਤੇ ਲੇਖਾ ਜੋਖਾ ਹੋਇਆ ਤਾਂ ਆਪ ਜੀ ਨੂੰ ਬਹੁਤ ਨੁਕਸਾਨ ਝੱਲਣਾ ਪੈ ਸਕਦਾ। ਜਦੋਂ ਜੈ ਰਾਮ ਜੀ ਦੇ ਨਾਲ ਇਹ ਵਿਚਾਰ ਕਰਕੇ ਜਾਂਦਾ ਹੈ ਕੋਈ ਮਨੁੱਖ, ਤਾਂ ਫਿਰ ਜੈ ਰਾਮ ਜੀ ਬੇਬੇ ਨਾਨਕੀ ਜੀ ਦੇ ਨਾਲ ਵਿਚਾਰ ਕਰਦੇ ਨੇ ਵੀ ਮੇਰੇ ਮਨ ਦੇ ਵਿੱਚ ਕੁਝ ਭਰਮ ਪੈਦਾ ਹੋ ਗਏ ਨੇ, ਸੰਸ਼ੇ ਪੈਦਾ ਹੋਏ ਨੇ। ਪਰ ਬੇਬੇ ਨਾਨਕੀ ਜੀ ਜੈ ਰਾਮ ਜੀ ਨੂੰ ਦਿਲਾਸਾ ਦਿੰਦੇ ਹੋਏ ਨਾਲ ਨਾਲ ਇਹ ਵੀ ਯਾਦ ਕਰਾਉਂਦੇ ਨੇ ਕਿ ਤੁਸੀਂ ਹੀ ਮੇਰੇ ਭਰਾ ਦੀ ਵਡਿਆਈ ਕਰਦੇ ਸੀ, ਮੇਰੇ ਨਾਲੋਂ ਵੱਧ ਜਾਣਦੇ ਹੋ ਤੁਸੀਂ। ਹੁਣ ਤਾਂ ਤੁਸੀਂ ਆਪ ਉਹਨਾਂ ਦੇ ਗੁਣ ਗਾਇਨ ਕਰਕੇ ਮੈਨੂੰ ਵਾਰ-ਵਾਰ ਸਮਝਾਉਣਾ ਕਰਦੇ ਹੁੰਦੇ ਸਾਂ, ਹੁਣ ਕਿਉਂ ਤੁਹਾਡਾ ਮਨ ਡੋਲ ਰਿਹਾ। ਫਿਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਸੱਦਾ ਭੇਜਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਬਾਲਾ ਜੀ ਦੇ ਸਮੇਤ ਬੇਬੇ ਨਾਨਕੀ ਜੀ ਦੇ ਗ੍ਰਹਿ ਵਿਖੇ ਪਹੁੰਚਦੇ ਨੇ, ਵਿਚਾਰ ਚਰਚਾ ਕੀਤੀ ਜਾਂਦੀ ਹੈ ਤੇ ਫਿਰ ਬਾਅਦ ਦੇ ਵਿੱਚ ਲੇਖਾ ਕਰਨ ਦੇ ਬਾਬਤ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਦੇ ਨੇ ਵੀ ਲੇਖਾ ਕਰ ਦੇਣਾ ਚਾਹੀਦਾ ਹੈ, ਕਿਉਂਕਿ ਬਹੁਤ ਸਮਾਂ ਹੋ ਗਿਆ ਵੀ ਦੁਕਾਨ ਦਾ ਹਿਸਾਬ ਕਿਤਾਬ ਨਹੀਂ ਕੀਤਾ ਗਿਆ। ਜੈ ਰਾਮ ਜੀ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੌਲਤ ਖਾਂ ਲੋਧੀ ਦੇ ਕੋਲ ਪਹੁੰਚਦੇ ਨੇ
ਤੇ ਉਸ ਅਸਥਾਨ ਦੇ ਉੱਤੇ ਜਾ ਕੇ ਲੇਖਾ ਜੋਖਾ ਕੀਤਾ ਜਾਂਦਾ ਹੈ। ਹਿਸਾਬ ਕਿਤਾਬ ਕਰਨ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਹਿੱਸੇ 135 ਰਜਤ ਪੰਨ ਰੁਪਏ ਜਿਹੜੇ ਨੇ, ਇੰਨੀ ਰਾਸ਼ੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਖਾਤੇ ਵਿੱਚ ਵੱਧ ਨਿਕਲਦੀ ਹੈ। ਤੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਅਸਥਾਨ ਦੇ ਉੱਤੇ ਲੇਖਾ ਕਰਕੇ ਆਉਂਦੇ ਨੇ। ਇੱਥੋਂ ਤੱਕ ਵਿਚਾਰ ਪਿਛਲੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਆਓ ਅੱਜ ਦੇ ਦੀਵਾਨ ਦੀ ਆਰੰਭਤਾ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦੇ ਹੋਏ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਹਾਕਲ ਛੰਦ ਕਿਆ ਕਮਲ ਨੈਣਨ ਜਬ ਲੇਖਾ, ਤਬ ਨਿਕਸਿਓ ਇਤਨਾ ਸਿਖਾ। ਕਹਿੰਦੇ ਜਦੋਂ ਕਮਲ ਨੈਣ ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਲੇਖਾ ਕੀਤਾ ਨਾ, ਜਦੋਂ ਲੇਖਾ ਜੋਖਾ ਹੋਇਆ, ਹਿਸਾਬ ਕਿਤਾਬ ਹੋਇਆ, ਤਾਂ ਇੰਨੇ ਰੁਪਏ ਦੀ ਰਾਸ਼ੀ ਵੱਧ ਨਿਕਲੀ, ਭਾਵ 135 ਰੁਪਏ ਰਜਤ ਪੰਨ ਜਿਹੜੀ ਰਾਸ਼ੀ ਸੀ ਨਾ, ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਹਿੱਸੇ ਵੱਲ ਵੱਧ ਨਿਕਲਦੀ ਹੈ। ਜੈ ਰਾਮ ਹਿਰਦੈ ਤਹਿ ਕਾਲਾ, ਪੀ ਲੱਜਾ ਹਰਖ ਵਿਸਾਲਾ। ਕਹਿੰਦੇ ਜੈ ਰਾਮ ਜੀ ਦਾ ਹਿਰਦਾ ਵੀ ਲੱਜਾ ਦੇ ਨਾਲ ਭਰ ਗਿਆ, ਮਨ ਦੇ ਵਿੱਚ ਬਹੁਤ ਖੁਸ਼ੀ ਪੈਦਾ ਹੋਈ ਹੈ। ਤਹਿ ਘਟੀ ਵਿਸੂਰਤ ਭੂਰਾ, ਮੈਂ ਭਰਮਿਓ ਭਾਖੇ ਕੂਰਾ। ਤੇ ਉਸ ਸਮੇਂ ਫਿਰ ਜੈ ਰਾਮ ਜੀ ਨੇ ਆਪਣੇ ਮਨ ਦੇ ਵਿੱਚ, ਜਿਸ ਇਨਸਾਨ ਨੇ ਜੈ ਰਾਮ ਜੀ ਦੇ ਕੋਲ ਚੁਗਲੀ ਕੀਤੀ ਸੀ, ਉਸ ਨੂੰ ਥੋੜਾ ਜਿਹਾ ਮਨ ਦੇ ਵਿੱਚ ਝੂਰਿਆ ਵੀ ਹੈ। ਉਸ ਦੇ ਪ੍ਰਤੀ ਮਨ ਦੇ ਵਿੱਚ ਗੁੱਸਾ, ਉਦਾਸੀ ਵੀ ਪੈਦਾ ਹੋਈ ਤੇ ਸੋਚਣ ਲੱਗੇ, ਕਹਿੰਦੇ ਮੈਂ ਉਸ ਚੁਗਲਖੋਰ ਦੇ ਮਗਰ ਲੱਗ ਕੇ ਉਸ ਦੇ ਝੂਠ ਬੋਲਣ ਦੇ ਕਾਰਨ ਮੈਂ ਭਰਮ ਦੇ ਵਿੱਚ ਆ ਗਿਆ ਸਾਂ। ਰਲ ਆਏ ਧਾਮ ਜੈ ਰਾਮਾ, ਮਚ ਬੈਠੇ ਸੇਵਕ ਸਾਮਾ। ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਨਾਲ ਲੈ ਕੇ ਜੈ ਰਾਮ ਜੀ ਆਪਣੇ ਘਰ ਦੇ ਵਿੱਚ ਪਹੁੰਚਦੇ ਨੇ। ਤੇ ਘਰ ਪਹੁੰਚਣ ਤੇ ਜੈ ਰਾਮ ਜੀ ਆਪਣੇ ਜਿੰਨੇ ਵੀ ਉਹਨਾਂ ਦੇ ਘਰ ਦੇ ਸੇਵਕ ਨੇ, ਉਹਨਾਂ ਦੇ ਸਮੇਤ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆਸਣ ਲਾ ਕੇ ਬੈਠਦੇ ਨੇ। ਤਬ ਭਗਨੀ ਪੂਜਤ ਐਸੋ, ਕਹੋ ਲੇਖਾ ਨਿਭਰਿਓ ਕੈਸੋ। ਕਹਿੰਦੇ ਤਦ ਭੈਣ ਬੇਬੇ ਨਾਨਕੀ ਜੀ ਨੇ ਫਿਰ ਪੁੱਛਿਆ ਵੀ ਦੱਸੋ ਭਾਈ, ਲੇਖੇ ਦਾ ਨਿਬੇੜਾ ਕਿਸ ਤਰ੍ਹਾਂ ਹੋਇਆ ਹੈ। ਸੁਖ ਐਨੇ ਬੈਣ ਬਖਾਨੇ, ਸੁਣ ਜੀਜਾ ਬਾਤ ਸੋ ਜਾਣੇ। ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਖਿਆ ਕਿ ਭੈਣ ਜੀ, ਜੀਜਾ ਜੀ ਚੰਗੀ ਤਰ੍ਹਾਂ ਜਾਣਦੇ ਨੇ, ਭਾਵ ਜੈ ਰਾਮ ਜੀ ਚੰਗੀ ਤਰ੍ਹਾਂ ਜਾਣਦੇ ਨੇ ਵੀ ਲੇਖਾ ਜੋਖਾ ਕਿਸ ਤਰ੍ਹਾਂ ਹੋਇਆ ਹੈ। ਇਹ ਲੀਜੈ ਮੋਦੀ ਖਾਨਾ, ਅਬ ਹੋਏ ਨਾ ਮੋ ਗੁਜਰਾਨਾ। ਕਹਿੰਦੇ ਹੁਣ ਤੋਂ ਇਹੀ ਮੋਦੀ ਖਾਨਾ ਸੰਭਾਲਣਗੇ, ਮੇਰਾ ਹੁਣ ਇੱਥੇ ਗੁਜ਼ਾਰਾ ਨਹੀਂ ਹੋ ਸਕਦਾ, ਮੈਂ ਇੱਥੇ ਨਹੀਂ ਰਹਿ ਸਕਦਾ। ਕਰਤਾਰੰ ਮਮ ਕਰਤਾਰੰ, ਨਿਜ ਕਾਰਜ ਲਿਹੋ ਸਵਾਰੰ। ਕਹਿੰਦੇ ਮੇਰਾ ਤਾਂ ਹੁਣ ਚਿੱਤ ਉਸ ਕਰਤਾਰ ਦੇ ਵਿੱਚ ਜੁੜ ਗਿਆ ਹੈ ਤੇ ਮੇਰਾ ਤਾਂ ਉਸ ਪਰਮਾਤਮਾ ਦੇ ਨਾਮ ਦੀ ਬੰਦਗੀ ਕਰਨ ਨੂੰ ਮਨ ਕਰ ਰਿਹਾ। ਇਸੇ ਕਰਕੇ ਇਹ ਕਾਰਜ ਸਾਰਾ ਜੈ ਰਾਮ ਜੀ ਸੰਭਾਲ ਲੈਣਾ। ਚਲ ਵੇਖੀ ਕੀਨੀ ਤਿਆਰੀ, ਸ਼੍ਰੀ ਨਾਨਕ ਭਾਰੀ ਉਪਕਾਰੀ। ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਜਿਹੜੇ ਪਰ ਉਪਕਾਰੀ ਨੇ, ਉਪਕਾਰ ਕਰਦੇ ਨੇ, ਫਿਰ ਉਹਨਾਂ ਨੇ ਚੱਲਣ ਦੀ ਤਿਆਰੀ ਕੀਤੀ। ਜੈ ਰਾਮ ਉਠਿਓ ਤਿਹ ਕਾਲਾ, ਗਹਿ ਭਗ ਕਹਿ ਬਿਨੈ ਵਿਸਾਲਾ। ਫਿਰ ਜੈ ਰਾਮ ਜੀ ਤੁਰੰਤ ਆਪਣੇ ਆਸਨ ਤੋਂ ਉੱਠ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪੈਰ ਫੜ ਕੇ ਬੈਠ ਜਾਂਦੇ ਨੇ। ਕਰ ਭਗਨੀ ਰੁਦਨ ਅਲਾਵੈ, ਇਉ ਪ੍ਰਾਂਤਾ ਕਿਉਂ ਬਣ ਆਵੈ। ਤੇ ਫਿਰ ਭੈਣ ਨਾਨਕੀ ਜੀ ਵੀ ਆਪਣਾ ਮਨ ਭਰ ਲੈਂਦੇ ਨੇ, ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ, ਉੱਚੀ ਉੱਚੀ ਰੋਣ ਲੱਗ ਪੈਂਦੇ ਨੇ ਤੇ ਆਖਦੇ ਨੇ, ਵੇ ਮੇਰੇ ਵੀਰ, ਇੰਜ ਕਿਵੇਂ ਬਣ ਆਵੇਗੀ, ਕਿਵੇਂ ਮੇਰਾ ਗੁਜ਼ਾਰਾ ਹੋਵੇਗਾ। ਮੁਝ ਮਾਰੋ ਤੋਂ ਕਿਤ ਜਾਵੋ, ਜੋ ਰਹਿ ਹੋ ਮੋਹਿ ਜਿਹਾਵੋ। ਤੁਹਾਡੀ ਯਾਦ ਦੇ ਵਿੱਚ ਮੈਂ ਇੱਕ ਇੱਕ ਪਲ ਮਰਨਾ ਹੈ ਜਿਹੜਾ, ਇਸ ਨਾਲੋਂ ਚੰਗਾ ਤੁਸੀਂ ਜੇਕਰ ਜਾਣਾ ਹੈ ਨਾ, ਤਾਂ ਭੈਣ ਨਾਨਕੀ ਜੀ ਆਖਦੇ ਨੇ ਵੀ ਮੈਨੂੰ ਇੱਕ ਵਾਰੀ ਮਾਰ ਕੇ ਜਾਓ। ਤੂੰ ਮਿਰਦੁਲ ਸਰਲ ਸੁਭਾਉ, ਕਰਿਓ ਗੁਣ ਚਿਤ ਨਾ ਕਾਉ। ਤੇ ਫਿਰ ਭੈਣ ਨਾਨਕੀ ਜੀ ਆਖਦੇ ਨੇ, ਕਹਿੰਦੇ ਤੁਹਾਡਾ ਤਾਂ ਕੋਮਲ ਅਤੇ ਸਰਲ ਸੁਭਾਅ ਹੈ, ਤੁਸੀਂ ਤਾਂ ਸਾਰੇ ਦੇ ਦਿਲਾਂ ਦੀਆਂ ਜਾਣਨ ਵਾਲੇ ਹੋ। ਕਹਿੰਦੇ ਤੁਹਾਡੇ ਦਿਲ ਦੇ ਵਿੱਚ ਕੋਈ ਔਗਣ ਨਹੀਂ ਹੈ। ਹਮ ਭੂਲਣ ਹਾਰ ਸਦਾਈ, ਤੁਮ ਬਖਸ਼ੋ ਕਿਉ ਨਹਿ ਪਾਈ। ਕਹਿੰਦੇ ਅਸੀਂ ਤਾਂ ਸਦਾ ਹੀ ਭੁੱਲਣਹਾਰ ਹਾਂ,
ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਭੈਣ ਨਾਨਕੀ ਜੀ ਆਖਦੇ ਨੇ, ਤੁਸੀਂ ਪਰਮੇਸ਼ਰ ਸਰੂਪ ਹੋ, ਤੁਸੀਂ ਸਦਾ ਹੀ ਆਪਣੇ ਸੇਵਕਾਂ ਨੂੰ ਬਖਸ਼ਣ ਵਾਲੇ ਹੋ, ਤੇ ਮੈਨੂੰ ਕਿਉਂ ਨਹੀਂ ਬਖਸ਼ੋਗੇ। ਦੋਹਰਾ ਕਮਲ ਨੈਣ ਮੁਖ ਬੈਣ ਕਹਿ, ਸੁਣ ਜੀਜਾ ਜੈ ਰਾਮ, ਪੁਣ ਘਾਟੂ ਜੇ ਆਵਈ, ਕਿਉਂ ਕਰਹੁ ਇਹ ਕਾਮ। ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਮਲ ਨੈਣ ਵਰਗੇ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕਰਦੇ ਨੇ ਵੀ ਜੈ ਰਾਮ ਜੀ, ਜੇਕਰ ਇਸ ਕਾਰਜ ਦੇ ਵਿੱਚੋਂ ਘਾਟਾ ਹੀ ਪੈਣਾ ਹੈ, ਦੁਨੀਆ ਦੇ ਲੋਕ ਇਹੀ ਆਖਦੇ ਨੇ ਵੀ ਇਹ ਘਾਟਾ ਪਵਾ ਰਿਹਾ, ਤਾਂ ਕਹਿੰਦੇ ਫਿਰ ਇਹ ਕੰਮ ਕਰਨ ਦਾ ਕੀ ਫਾਇਦਾ ਹੈ। ਤਿਰਭੰਗੀ ਛੰਦ ਜੈ ਰਾਮ ਬਖਾਨੀ ਸਭਨੈ ਬਾਨੀ, ਨਹਿ ਮੈਂ ਜਾਣੀ ਸ਼ਕਤ ਸਵੈ। ਫਿਰ ਜੈ ਰਾਮ ਜੀ ਬੇਨਤੀ ਕਰਦੇ ਨੇ, ਫਰਿਆਦ ਕਰਦੇ ਨੇ, ਕਹਿੰਦੇ ਮੈਂ ਤੁਹਾਡੀ ਪੂਰੀ ਤਾਕਤ ਨੂੰ ਸਮਝ ਨਹੀਂ ਸਕਿਆ, ਤੁਹਾਡੀ ਪੂਰੀ ਰਮਜ ਨੂੰ ਨਹੀਂ ਸਮਝ ਸਕਿਆ, ਮੈਂ ਤਾਂ ਅਧੂਰੀ ਰਮਜ ਦਾ ਗਿਆਨ ਹਾਸਲ ਕੀਤਾ ਹੈ। ਕਿੰਚਤ ਹੋ ਜਾਣੀ ਬਹੁ ਅਣਜਾਣੀ, ਉਰ ਸਭ ਜਾਣੀ ਲਖੋਂ ਅਵੈ। ਕਹਿੰਦੇ ਜਿੰਨੀ ਕਿ ਵੀ ਮੈਂ ਤੁਹਾਡੀ ਰਮਜ ਨੂੰ ਸਮਝਿਆ ਸੀ ਉਹ ਬਹੁਤ ਥੋੜੀ ਰਮਜ ਸੀ, ਮੈਂ ਬਹੁਤ ਅਣਜਾਣ ਸਾਂ, ਪਰ ਹੁਣ ਕਹਿੰਦੇ ਮੈਂ ਸਭ ਕੁਝ ਜਾਣ ਗਿਆ ਹਾਂ। ਪਰਮੇਸ਼ਰ ਪੂਰਨ ਕਮਲਲ ਚੂਰਨ, ਗੁਣ ਸੰਪੂਰਨ ਅਵਤਾਰੀ। ਕਹਿੰਦੇ ਤੁਸੀਂ ਪੂਰਨ ਪਰਮੇਸ਼ਵਰ ਦਾ ਸਰੂਪ ਹੋ, ਤੁਸੀਂ ਸਰਵ ਕਲਾ ਸੰਪੂਰਨ ਹੋ, ਤੁਸੀਂ ਗੁਣਾਂ ਦੀ ਖਾਣ ਹੋ, ਤੁਸੀਂ ਦੁੱਖਾਂ ਦਾ ਨਾਸ਼ ਕਰਨ ਵਾਲੇ ਹੋ, ਤੇ ਤੁਸੀਂ ਇਸ ਧਰਤੀ ਦੇ ਉੱਤੇ ਸਰਵ ਕਲਾ ਸੰਪੂਰਨ ਅਵਤਾਰ ਹੋ। ਮੁਝ ਬਖਸ਼ ਗੁਨਾਹੂ ਸੁਣ ਕਰ ਕਾਹੂ, ਉਰ ਪਰਮਾਹੂ ਦੁਖ ਟਾਰੀ। ਕਹਿੰਦੇ ਹੇ ਦੁੱਖਾਂ ਦਾ ਨਾਸ਼ ਕਰਨ ਵਾਲੇ, ਮੇਰੇ ਗੁਨਾਹਾਂ ਨੂੰ ਬਖਸ਼ ਦਿਓ, ਮੈਨੂੰ ਮਾਫ ਕਰਿਓ। ਕਿਸੇ ਪਾਸੋਂ ਸੁਣ ਸੁਣਾ ਕੇ ਕਹਿੰਦੇ ਮੇਰੇ ਦਿਲ ਦੇ ਵਿੱਚ ਭਰਮ ਪੈਦਾ ਹੋ ਗਿਆ ਸੀ। ਹੁਣ ਸੁਸਾ ਅਲਾਈ ਸੁਣ ਸੁਖਦਾਈ, ਜੇ ਕਟ ਜਾਈ ਦਰਦ ਕਬੈ। ਐਨੇ ਨੂੰ ਹੀ ਕੋਲ ਖੜੇ ਬੇਬੇ ਨਾਨਕੀ ਜੀ ਬੋਲਦੇ, ਹੇ ਮੇਰੇ ਵੀਰ, ਕਹਿੰਦੇ ਹੇ ਸੁੱਖਾਂ ਦੇ ਦਾਤੇ, ਜੇਕਰ ਕਿਰਤ ਕਰਦਿਆਂ ਕਦੇ ਧਨ ਦੇ ਵਿੱਚ ਘਾਟ ਵੀ ਆ ਜਾਵੇ, ਜਹ ਕੇ ਤੇ ਲਿਆਈ ਦਿਓ ਪੁਰਾਈ, ਨਹਿ ਤੁਮ ਗਮਨੋ ਰਹੋ ਅਬੈ। ਕਹਿੰਦੇ ਜੇਕਰ ਕਿਤੇ ਲੇਖਾ ਜੋਖਾ ਕਰਦਿਆਂ, ਕਾਰ ਵਿਹਾਰ ਕਰਦਿਆਂ ਕਿਤੇ ਧਨ ਘਟ ਵੀ ਗਿਆ ਨਾ, ਤਾਂ ਤੁਸੀਂ ਆਪਣੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਰੋਸ ਨਹੀਂ ਪੈਦਾ ਕਰਨਾ, ਉਦਾਸ ਨਾ ਹੋਇਓ। ਤੁਸੀਂ ਚੇਤੇ ਰੱਖਿਓ, ਮੈਂ ਕਿਸੇ ਨਾ ਕਿਸੇ ਵੀ ਤਰੀਕੇ ਦੇ ਨਾਲ ਉਹ ਧਨ ਪੂਰਾ ਕਰਨ ਦੇ ਲਈ, ਉਹ ਘਾਟਾ ਪੂਰਾ ਕਰਨ ਦੇ ਲਈ ਮੈਂ ਧਨ ਲੈ ਕੇ ਆਵਾਂਗੀ। ਹਮ ਫੇਰ ਨ ਕਹੈ ਤੂਸ਼ਣ ਰਹਿ, ਸਭ ਸੁਖ ਲੈ ਹੈ ਬਾਸ ਰਹੇ। ਕਹਿੰਦੇ ਅਸੀਂ ਤੁਹਾਡੇ ਤੋਂ ਸੁਖ ਪ੍ਰਾਪਤ ਕੀਤਾ ਹੈ, ਅੱਗੇ ਤੋਂ ਹੁਣ ਤੁਹਾਨੂੰ ਕਦੇ ਕੁਝ ਨਹੀਂ ਕਵਾਂਗੇ, ਲੋਕਾਂ ਦੇ ਮਗਰ ਲੱਗ ਕੇ ਤੁਹਾਡੀ ਬੁਰਾਈ ਨਹੀਂ ਕਰਾਂਗੇ। ਸਾਡੇ ਮਨ ਦੇ ਵਿੱਚ ਲੋਕਾਂ ਦੇ ਮਗਰ ਲੱਗ ਜਾਣ ਦੇ ਕਾਰਨ ਭਰਮ ਪੈਦਾ ਹੋਏ ਸੀ, ਇਸੇ ਕਰਕੇ ਹੁਣ ਕਿਸੇ ਦੀ ਨਹੀਂ ਸੁਣਾਂਗੇ, ਸਦਾ ਚੁੱਪ ਰਵਾਂਗੇ। ਤੁਹਾਡੇ ਪਾਸ ਰਹਿ ਕੇ ਕਹਿੰਦੇ ਸਾਨੂੰ ਸੁਖ ਮਿਲਦਾ ਹੈ। ਮਨ ਰੋਸ ਨਿਵਾਰੋ ਕਰਨਾ ਤਾਰੋ, ਬਿਰਾ ਨਾ ਡਾਰੋ ਪੰਥ ਗਹੇ। ਕਹਿੰਦੇ ਮਨ ਦੇ ਵਿੱਚੋਂ ਤੁਸੀਂ ਗੁੱਸਾ ਦੂਰ ਕਰੋ ਤੇ ਮਨ ਦੇ ਵਿੱਚ ਪ੍ਰੇਮ ਰਸ ਧਾਰਨ ਕਰੋ, ਗੁੱਸੇ ਨੂੰ ਤਿਆਗ ਦਿਓ। ਕਹਿੰਦੇ ਇੱਥੋਂ ਜਾ ਕੇ ਸਾਡੇ ਹਿਰਦਿਆਂ ਵਿੱਚ ਵਿਛੋੜੇ ਦੀ ਪੀੜਾ ਨਾ ਪਾਓ, ਸਾਡੇ ਕੋਲੋਂ ਤੁਹਾਡਾ ਵਿਛੋੜਾ ਸਹਿਆ ਨਹੀਂ ਜਾਣਾ, ਸਾਨੂੰ ਤੁਹਾਡੇ ਵਿਛੋੜੇ ਦੀ ਪੀੜ ਜਿਹੜੀ ਹੈ ਉਹ ਪਲ ਪਲ ਮਾਰਦੀ ਰਹੇਗੀ। ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਜਾਂ ਦਸਾਂ ਪਾਤਸ਼ਾਹੀਆਂ ਦੇ ਜਿਨ੍ਹਾਂ ਕਿਤੇ ਵੀ ਆਪਣੀਆਂ ਅੱਖਾਂ ਦੇ ਨਾਲ ਦੀਦਾਰ ਕੀਤੇ ਨੇ, ਦਰਸ਼ਨ ਕੀਤੇ ਨੇ, ਫਿਰ ਉਹ ਉਹਨਾਂ ਦੀ ਹਾਲਤ ਜਿਹੜੀ ਆ ਬਿਆਨ ਨਹੀਂ ਕੀਤੀ ਜਾ ਸਕਦੀ। ਜਿੱਥੇ ਕਿਤੇ ਪਾਤਸ਼ਾਹ ਜੀ ਦੇ ਨਾਲ ਉਹਨਾਂ ਦਾ ਵਿਛੋੜਾ ਪਿਆ ਹੈ, ਜਿੱਥੇ ਕਿਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪ੍ਰਚਾਰ ਕਰਦੇ ਵੀ ਵਿਚਰੇ ਨੇ ਨਾ, ਜਿਹੜੀਆਂ ਸੰਗਤਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸਿੱਖੀ ਧਾਰਨ ਕੀਤੀ ਸੀ, ਫਿਰ ਉਹਨਾਂ ਦੇ ਕੋਲੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਵਿਛੋੜਾ ਨਹੀਂ ਧਾਰਨ ਹੋਇਆ। ਕਈਆਂ ਨੇ ਮਨ ਦੇ ਵਿੱਚ ਇਹ ਵੀ ਵਿਚਾਰ ਪੈਦਾ ਕੀਤੇ ਸਨ ਵੀ ਅਸੀਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਅਧੂਰੇ ਰਹਿ ਜਾਵਾਂਗੇ। ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਪਾਵਨ ਬਾਣੀ ਦੇ ਸ਼ਬਦ ਆਪਣੇ ਸੇਵਕਾਂ ਨੂੰ ਸੌਂਪੇ ਸਨ ਵੀ ਭਾਈ ਜੇਕਰ ਤੁਸੀਂ ਸਾਡੇ ਦਰਸ਼ਨਾਂ ਦੀ ਤਾਂਘ ਲੋਚਦੇ ਹੋ ਨਾ, ਤੁਹਾਡੇ ਮਨ ਦੇ ਵਿੱਚ ਦਰਸ਼ਨ ਕਰਨ ਦੀ ਤਾਂਘ ਹੈ, ਤਾਂ ਇਸ ਪਾਵਨ ਬਾਣੀ ਦਾ ਜਾਪ ਕਰ ਲੈਣਾ, ਤੁਹਾਨੂੰ ਸਾਡੇ ਦਰਸ਼ਨ ਹੋ ਜਾਣਗੇ। ਅੱਜ ਦੇ ਸਮੇਂ ਦੇ ਵਿੱਚ ਵੀ ਅਸੀਂ ਆਪਣਾ ਮਨ ਚਿੱਤ ਲਾ ਕੇ ਜੇਕਰ ਪਾਤਸ਼ਾਹ ਜੀ ਦੀ ਬਾਣੀ ਦਾ ਜਾਪ ਕਰਾਂਗੇ, ਸਾਨੂੰ ਸਾਖਸ਼ਾਤ ਆਪਣੇ ਗੁਰੂ ਦੇ, ਆਪਣੇ ਪਰਮੇਸ਼ਰ ਦੇ ਦਰਸ਼ਨ ਹੋ ਜਾਣਗੇ। ਇਸੇ ਤਰ੍ਹਾਂ ਹੁਣ ਬੇਬੇ ਨਾਨਕੀ ਜੀ, ਜੈ ਰਾਮ ਜੀ ਤੇ ਉਹਨਾਂ ਦੇ ਕੋਲੋਂ ਕਹਿੰਦੇ ਸਾਡੇ ਕੋਲੋਂ ਵਿਛੋੜੇ ਦੀ ਪੀੜਾ ਜਿਹੜੀ ਹੈ ਤੁਹਾਡੀ ਸਹੀ ਨਹੀਂ ਜਾਵੇਗੀ।
हौ निकट बेखानी ए बरबानी नानक सानी अवर नहीं। कहते मैं ये अपने पासों कह रही हाँ। चंगी बाणी वाले, चंगी बोल बाणी वाले धन गुरु नानक साहब जी महाराज कहते तुहाडे इत्थे बराबर इत्थे तुहाडे वर्गा होर कोई साडी दुनिया ते नहीं है, होर कोई बराबर तुहाडे दुनिया दे उत्ते नहीं है। जो रघुवर कृष्णा तर तन विष्णा है पत जिसना रूप सही। ते कहंदे कईयां ने इत्थे अवतार धारण कीते, विष्णु जी ने भी अवतार धारण किया, राम जी ने भी अवतार धारण किया, कृष्ण जी ने भी अवतार धारण किया सी, पर तुहाडे बराबर दा इस दुनिया दे उत्ते मैं कोई नहीं तकिया। जुगपत अरविंदा आनंद कंदा सुखदम कंदा अगटारी। ते कहंदे कमल फुल वर्गे धन गुरु नानक साहब जी महाराज आनंदां दे दाते, सुखां दी खान, बरखा देण वाले बदलां दे बांग, जिहड़े धन गुरु नानक साहब जी महाराज दातां दे नाल झोलियां भरदे ने। सुखां दे दाते धन गुरु नानक साहब जी महाराज अते पाप नाशक हन। जन करुणा कर सब जग ठाकुर ज्ञान दिवाकर पुज भारी। किरपा करन वाले ज्ञान दे सूरज अजान बाहु ने अपने दासां दे उत्ते कहंदे सदा ही किरपा कीती है। बेबे नानकी जी अपने भरा दे अगे बेनतियां करदे ने, कहंदे तुसीं सदा ही अपने सेवकां दे उत्ते तरस कीता है, रहमत कीती है, दया कीती है, साडे उत्ते भी तरस करो। दोहरा श्री अंगद जी सुनो मैं इम तब कह कर बंद। बोर बचन उचरे रुचर करन रोस हित मंद। हुण धन गुरु अंगद साहब जी महाराज जी दे सन्मुख भाई बाला जी बेनती करते ने, आखदे ने भी मैं जिहड़ी तुहानू कथा वार्ता सुना रहा ना, जो प्रसंग तुहानू सरवण करवा रहा, ते फिर उस समय मैं भी धन गुरु नानक साहब जी महाराज जी दे नाल सां। मैं उन्हां दे मन दे गुस्से नू शांत करन दे वास्ते, उन्हां दे चित्त दे विच खुशी पैदा करन दे वास्ते कहंदे मैं कुछ बचन कहे ने। कुंडलिया छंद सुसा सुसापत दीन होवै बिन भणत बहु पाबार। हुण भाई बाला जी गुरु अंगद साहब जी महाराज जी नूं कथा सुणाते हुए बेनती रूप दे विच फरियाद भी करदे ने, ते नाल नाल दसदे ने भी मैं अपने वल्लों की वचन कहे सन। ते आखदे ने सुसा सुसापत दीन होवै। सुसा दा भाव हुंदा भैण, सुसापत दा भाव है कि भैण दा पति, भाव भैण बेबे नानकी जी जय राम जी कहते बड़े अधीर बन गए ने। धन गुरु नानक साहब जी महाराज जी नूं आखदे ने, कहते उन्होंने बहुत बार बार फरियाद की है। पग पकड़त मन प्रेम तर रहीए जी जागार। कहते धन गुरु नानक साहब जी महाराज जी नूं फिर आखदे ने, कहते तुहाडे जीजा जी तुहाडे प्रति बेनतियां करदे ने ते पैर भी फड़दे ने, तुहानू प्रेम दे नाल तुसीं अपने मन दे विच प्रेम धारण करो ते इन्हां दे उत्ते दया करो। रहीए जी जागार बचन पुन पुन न फेर हो। ते फिर भाई बाला जी आखदे ने भी मैं पातशाह जी दे अगे बेनती कीती भी तुसीं इस नगर नूं छड्ड के ना जाओ, क्योंकि धन गुरु नानक साहब जी महाराज जी तैयारी कर बैठे ने। ते भाई बाला जी बचन करदे ने, कहंदे तुसीं अपने जीजा जी दे कोल, अपने भैण जी दे कोल रह के ही इन्हां नूं सुख प्रदान करो। दया ऐन सुख दैन परम प्रेमी इन रहो हेरो। दयावान सुखां दियां दातां देण वाले ते धन गुरु नानक साहब जी महाराज कहंदे इन्हां परम प्रेमियां नूं वेखो। वड्डियां के मन क्रोध जो पाप सरस उदोत। कहंदे वड्डियां दे मन दे विच क्रोध अग वांग प्रगटदा है। ते इसे तरह कहंदे बार बार हुण बेनतियां करदे ने। करत बेनती बंदना बार बुझावत होत। बार बार बेनती करना कहंदे मानो जल है भी जेकर वड्डियां दे मन दे विच किते रोस आ जावे ना, गुस्सा आ जावे ਤਾਂ माफ़ी मंग लैण दे नाल वो गुस्सा शांत भी हो जाता है। तो इसे तरह बार बार बेनतियां करते हैं, फरियादां करते हैं ते नाल ही नाल आखदे ने कि साडे ते दया करो। कमल नैण सुन बैण मम हवै गए परम कृपाल। भाई बाला जी आखदे ने कि जदों मैं धन गुरु नानक साहब जी महाराज जी दे अगे फरियाद की है, बेनती की है, ते कहंदे कमल नैण भाव धन गुरु नानक साहब जी महाराज जी ने
ਮੇਰੀ ਇਹ ਬੇਨਤੀ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਮਨ ਦੇ ਵਿੱਚ ਹੁਣ ਫਿਰ ਕਿਰਪਾਲਤਾ ਵਾਲਾ ਸੁਭਾਅ ਜਿਹੜਾ ਹੈ ਉਹ ਧਾਰਨ ਕੀਤਾ ਹੈ। ਕਿਰਪਾਲੂ ਬਿਰਤੀ ਹੁਣ ਧਾਰਨ ਕੀਤੀ ਹੈ। ਬਾਨੀ ਸਾਨੀ ਹੇਤ ਜਨ ਬੋਲੇ ਸੁਖਦ ਰਸਾਲ, ਕਹਿੰਦੇ ਸੁੰਦਰ ਸੁੱਖਾਂ ਦੇ ਦਾਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਹੁਣ ਲੋਕਾਂ ਦੇ ਹਿੱਤ ਦੇ ਵਾਸਤੇ, ਲੋਕਾਂ ਦੇ ਭਲੇ ਦੇ ਵਾਸਤੇ ਬਚਨ ਉਚਾਰਨ ਕੀਤੇ ਨੇ। ਬੋਲੇ ਸੁਖਦ ਰਸਾਲ ਬਣਿਓ ਬਾਲੇ ਬਚ ਤੇਰਾ। ਭਾਈ ਬਾਲਾ ਜੀ ਆਖਦੇ ਨੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਜਦੋਂ ਮੈਂ ਬੇਨਤੀ ਕੀਤੀ ਨਾ, ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੀ ਰਸਨਾ ਤੋਂ ਬਚਨ ਉਚਾਰਨ ਕਰਦੇ ਨੇ। ਬੇਨਤੀ ਤਾਂ ਮੈਂ ਕੀਤੀ ਸੀ, ਪਰ ਜਿਹੜੇ ਪਾਤਸ਼ਾਹ ਜੀ ਨੇ ਕਹਿੰਦੇ ਬਚਨ ਉਚਾਰਨ ਕੀਤੇ ਉਹਦੇ ਨਾਲ ਸਾਰਿਆਂ ਨੂੰ ਹੀ ਸੁੱਖ ਮਿਲਿਆ। ਕੀ ਬਚਨ ਉਚਾਰਨ ਕੀਤੇ? ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਬਾਲਾ ਜੀ ਨੂੰ ਆਖਦੇ ਨੇ ਕਿ ਭਾਈ ਬਾਲਾ ਜੀ ਤੁਸੀਂ ਸਾਡੇ ਪਰਮ ਮਿੱਤਰ ਹੋ, ਸਤਿਕਾਰਯੋਗ ਹੋ। ਕਹਿੰਦੇ ਅੱਜ ਤੱਕ ਮੈਂ ਤੁਹਾਡੇ ਬਚਨਾਂ ਨੂੰ ਕਦੇ ਨਹੀਂ ਟਾਲਿਆ, ਕਦੇ ਵੀ ਤੁਹਾਡੇ ਬਚਨਾਂ ਨੂੰ ਟਾਲਿਆ ਨਹੀਂ। ਤੁਸੀਂ ਅਸਲ ਵਿਧੀ ਦੇ ਅਨੁਸਾਰ ਹੀ ਮੈਨੂੰ ਜਾਣਿਆ ਹੈ, ਇਸੇ ਕਰਕੇ ਮੈਂ ਤੁਹਾਡੇ ਕਦੇ ਵੀ ਬਚਨਾਂ ਦਾ ਖੰਡਨ ਨਹੀਂ ਕੀਤਾ। ਜੋ ਕੁਝ ਵੀ ਤੁਸੀਂ ਕਹਿੰਦੇ ਹੋ ਮੈਂ ਉਸੇ ਤਰ੍ਹਾਂ ਕਰਾਂਗਾ। ਕਬੇ ਨਾ ਹੋਰ ਤਾਹੇ ਲਖੋ ਇਸ ਵਿਦ ਮਤ ਮੇਰਾ। ਕਹਿੰਦੇ ਤੁਸੀਂ ਮੈਨੂੰ ਚੰਗੀ ਤਰ੍ਹਾਂ ਜਾਣਿਆ, ਤੁਸੀਂ ਮੇਰੇ ਨਾਲ ਰਹੇ ਹੋ, ਤੁਸੀਂ ਸਾਰਾ ਕੁਝ ਹੀ ਮੈਨੂੰ ਸਮਝਦੇ ਹੋ। ਅਸ ਕੈ ਸਥਿਤ ਪੁਨ ਕਰੀ ਦੀਨਾ ਨਾਥ ਦਿਆਲ। ਇਹ ਕਹਿ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿੱਥੇ ਭਾਈ ਬਾਲਾ ਜੀ ਦੇ ਬਚਨ ਮੰਨਦੇ ਨੇ ਤੇ ਨਾਲ ਹੀ ਨਾਲ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀਨ ਦੁਨੀਆ ਦੇ ਮਾਲਕ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਠਹਿਰ ਜਾਂਦੇ ਨੇ। ਦੇਖੇ ਦਰਸ਼ਨ ਦੁਖ ਦਹਿ ਜਨ ਦਾਤਾ ਜੋ ਬੇਸਾਲ। ਕਹਿੰਦੇ ਜਿਸ ਨੂੰ ਵੇਖਣ ਦੇ ਨਾਲ ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਆ, ਜਿਹੜੇ ਜਿਨ੍ਹਾਂ ਦੇ ਸਾਰੇ ਦੁੱਖ ਦੂਰ ਹੁੰਦੇ ਨੇ, ਜੋ ਦਾਸਾਂ ਦੇ ਦਾਤੇ ਹਨ ਅਤੇ ਬੜੇ ਕਿਰਪਾਲੂ ਹਨ। ਦੋਹਰਾ ਦੰਪਤ ਮੁਝ ਸੋ ਭਾਖਹੀ ਤਰਕੈ ਅਦਿਕ ਸਨੇਹ। ਆਜ ਭਰਾਤ ਦੀਨੋ ਨਯੋ ਧਨ ਧਨ ਬੁੱਧ ਗੇਹ। ਹੁਣ ਭਾਈ ਜੈ ਰਾਮ ਜੀ ਬੇਬੇ ਨਾਨਕੀ ਜੀ, ਦੰਪਤ ਦਾ ਭਾਵ ਹੁੰਦਾ ਪਤੀ ਪਤਨੀ, ਤੇ ਭਾਈ ਬਾਲਾ ਜੀ ਆਖਦੇ ਨੇ ਕਿ ਦੋਨਾਂ ਪਤੀ ਪਤਨੀ ਨੇ, ਬੇਬੇ ਨਾਨਕੀ ਜੀ ਨੇ ਤੇ ਜੈ ਰਾਮ ਜੀ ਨੇ। ਕਹਿੰਦੇ ਮੈਨੂੰ ਬੜੀਆਂ ਅਸੀਸਾਂ ਦਿੱਤੀਆਂ ਨੇ, ਮੈਨੂੰ ਆਖਿਆ ਵੀ ਤੁਸੀਂ ਧੰਨ ਹੋ, ਤੁਹਾਡਾ ਲੱਖ ਲੱਖ ਸ਼ੁਕਰ ਹੈ। ਤੁਹਾਡੇ ਅੱਗੇ ਬੇਨਤੀ ਹੱਥ ਜੋੜ ਕੇ ਤੁਹਾਡਾ ਕੋਟਾਨ ਕੋਟ ਧੰਨਵਾਦ ਕਰਦੇ ਹਾਂ। ਕਹਿੰਦੇ ਤੁਸੀਂ ਸਾਨੂੰ ਨਵੇਂ ਰੂਪ ਦੇ ਵਿੱਚ ਇੱਕ ਭਰਾ ਦੇ ਦਿੱਤਾ, ਸਾਨੂੰ ਤੁਸੀਂ ਸਾਡਾ ਭਰਾ ਵਾਪਸ ਕੀਤਾ ਹੈ। ਸੇਵਾ ਨਿਸਬਾਸਰ ਕਰਤ ਜਾਂਤੇ ਕਰੁਣਾ ਪੂਰ। ਸ਼ਰਧਾ ਤੁਮਰੈ ਉਰਦਈ ਭਇਓ ਪਰਮ ਮਨ ਦੂਰ। ਕਹਿੰਦੇ ਬੜੇ ਪ੍ਰੇਮ ਦੇ ਨਾਲ ਦਿਨ ਰਾਤ ਅਸੀਂ ਹੁਣ ਇਹਨਾਂ ਦੀ ਸੇਵਾ ਕਰਾਂਗੇ। ਜੈ ਰਾਮ ਜੀ ਤੇ ਬੇਬੇ ਨਾਨਕੀ ਜੀ ਆਖਦੇ ਨੇ, ਕਹਿੰਦੇ ਹੁਣ ਨਹੀਂ ਅਸੀਂ ਇਹਨਾਂ ਨੂੰ ਜਾਣਦੇ, ਦਿਨ ਰਾਤ ਸੇਵਾ ਕਰਾਂਗੇ। ਤੁਹਾਡੇ ਵਾਸਤੇ ਵੀ ਕਹਿੰਦੇ ਸਾਡੇ ਮਨ ਦੇ ਵਿੱਚ ਬਹੁਤ ਸ਼ਰਧਾ ਵੱਧ ਗਈ ਹੈ ਤੇ ਤੁਸੀਂ ਸਾਡੇ ਦਿਲ ਦੇ ਸਾਰੇ ਭਰਮ ਦੂਰ ਕੀਤੇ ਨੇ। ਤੁਸੀਂ ਹੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਇੱਥੇ ਰੁਕਣ ਦੇ ਵਾਸਤੇ ਰਾਜੀ ਕੀਤਾ ਹੈ। ਸੋ ਰਿਠਾ ਹਰ ਖਤ ਸਭ ਸੁਖ ਪਾਏ, ਸ਼੍ਰੀ ਨਾਨਕ ਆਪਣ ਚਲੇ। ਮੰਦ ਮੰਦ ਗਤ ਜਾਏ ਕਬ ਜਾਵਤ ਬਲਿਹਾਰਨੇ। ਸਾਰੇ ਸੁਖ ਪਾ ਕੇ ਅਤੇ ਪ੍ਰਸੰਨ ਹੋ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੀ ਰੋਜ਼ਾਨਾ ਦੀ ਕਿਰਤਕਾਰ ਕਰਨ ਦੇ ਲਈ ਫਿਰ ਜਿਹੜੇ ਮੋਦੀਖਾਨੇ ਦੇ ਵਿੱਚ ਕੰਮ ਕਾਜ ਕਰਦੇ ਸਨ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਉਸ ਹੱਟੀ ਦੇ ਉੱਤੇ ਪਹੁੰਚ ਗਏ ਨੇ। ਹੌਲੀ ਹੌਲੀ ਫਿਰ ਉਸ ਹੱਟੀ ਦੇ ਉੱਤੇ ਪਹੁੰਚਦੇ ਨੇ। ਫਿਰ ਅੰਤ ਦੇ ਵਿੱਚ ਆਖਦੇ ਨੇ ਕਬ ਜਾਵਤ ਬਲਿਹਾਰਨੇ। ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜੀ ਆਖਦੇ ਨੇ, ਕਹਿੰਦੇ ਵੀ ਮੈਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਉੱਤੋਂ ਬਲਿਹਾਰ ਜਾਂਦਾ, ਜਿਹੜੇ ਆਪਣੇ ਸੇਵਕਾਂ ਦੇ ਉੱਤੇ ਤਰਸ ਕਰਦੇ ਨੇ, ਕਿਰਪਾ ਕਰਦੇ ਨੇ, ਦਿਆਲੂ ਸੁਭਾਅ ਵਾਲੀ ਬਿਰਤੀ ਧਾਰਨ ਕਰਦੇ ਨੇ। ਮੈਂ ਸਦਾ ਹੀ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਲੇਖੇ ਤੇ ਜੋ ਸ਼ੇਖ ਦੀਨੋ ਦੌਲਤ ਖਾਨ ਧਨ। ਹਰ ਖਿਉਰੀ ਦੇ ਵਿਸ਼ੇਖ ਦੇਸ ਧਾਰਾ ਸਹਿ ਅਦਕ। ਹੁਣ ਲੇਖੇ ਸਮੇਂ ਕਹਿੰਦੇ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਾਸੇ ਵਾਧਾ ਸੀ, ਜੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਹਿੱਸੇ ਦਾ ਧਨ ਸੀ 135 ਰਜਤ ਧਨ। ਕਹਿੰਦੇ ਨਵਾਬ ਦੌਲਤ ਖਾਂ ਲੋਧੀ ਨੇ ਉਹ ਸਾਰੇ ਦਾ ਸਾਰਾ ਧਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਸੌਂਪਿਆ ਹੈ
ਤੇ ਨਾਲ ਹੀ ਨਾਲ ਉਹਨਾਂ ਦੇ ਮਨ ਦੇ ਵਿੱਚ ਬਹੁਤ ਖੁਸ਼ੀ ਹੁੰਦੀ ਹੈ ਨਵਾਬ ਦੌਲਤ ਖਾਨ ਲੋਧੀ ਦੀ ਕਿ ਇਹੋ ਜਿਹਾ ਮੈਂ ਅੱਜ ਤੱਕ ਮੋਦੀ ਕੋਈ ਨਹੀਂ ਦੇਖਿਆ, ਇਹੋ ਜਿਹਾ ਕੰਮ ਕਾਜ ਕਰਨ ਵਾਲਾ ਮੈਂ ਆਪਣੇ ਰਾਜ ਦੇ ਵਿੱਚ ਕਿਸੇ ਨੂੰ ਨਹੀਂ ਦੇਖਿਆ। ਇਸੇ ਕਰਕੇ ਹੁਣ ਕਹਿੰਦੇ ਨਵਾਬ ਦੌਲਤ ਖਾਨ ਲੋਧੀ ਜੀ ਪ੍ਰਸੰਨ ਹੁੰਦੇ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਖੁਸ਼ ਹੋ ਕੇ ਇਨਾਮ ਦੀ ਰਾਸ਼ੀ ਦਿੰਦੇ ਨੇ। ਦਏ 1700 ਅਦਕ, ਕਹਿੰਦੇ 1700 ਰੁਪਏ ਦੀ ਨਗਦ ਰਾਸ਼ੀ ਇਨਾਮ ਦੇ ਵਿੱਚ ਦੌਲਤ ਖਾਨ ਲੋਧੀ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਦਿੱਤੀ ਹੈ। ਹਿੰਦ ਤੁਰਕ ਬਹੁ ਆਏ ਦੇਤ ਵਧਾਈ ਮਿਲ ਸਬੈ, ਭਾਖੇ ਬੋਰ ਸੁਨਾਏ ਹਮੇ ਸੁਣਿਓ ਕ੍ਰਿਤ ਤਜ ਦਈ। ਕਹਿੰਦੇ ਫਿਰ ਉਸ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਰਹਿਣ ਵਾਲੇ ਹਿੰਦੂ ਅਤੇ ਮੁਸਲਮਾਨ ਵੀਰ ਸਾਰੇ ਹੀ ਚੱਲ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਹੱਟੀ ਦੇ ਉੱਤੇ ਪਹੁੰਚਦੇ ਨੇ ਤੇ ਫਰਿਆਦ ਕਰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਆ ਕੇ ਜਿੱਥੇ ਦਰਸ਼ਨ ਕਰਦੇ ਨੇ ਉੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਵਧਾਈ ਵੀ ਦਿੰਦੇ ਨੇ ਤੇ ਨਾਲ ਹੀ ਨਾਲ ਬਚਨ ਆਖਦੇ ਨੇ, ਕਹਿੰਦੇ ਅਸੀਂ ਤਾਂ ਸੁਣਿਆ ਸੀ ਤੁਸੀਂ ਇਹ ਕਾਰ ਛੱਡ ਕੇ ਚੱਲਿਓ, ਪਰ ਤੁਹਾਡਾ ਕੋਟਾਨ ਕੋਟ ਧੰਨਵਾਦ ਜੋ ਤੁਸੀਂ ਇੱਥੇ ਰਹਿਣ ਦੇ ਲਈ ਆਪਣੇ ਮਨ ਨੂੰ ਬਣਾਇਆ ਹੈ। ਦੋਹਰਾ ਅਤਕ ਕੀਨ ਅਫਸੋਸ ਹਮ ਤੁਮ ਉਪਕਾਰ ਸਰੀਰ, ਕ੍ਰਿਤ ਲੀਨੀ ਹਰਖੇ ਸੁਨਤ ਬਦੀਏ ਗੁਣੀ ਗਹੀਰ। ਉਹ ਸਾਰੇ ਦੇ ਸਾਰੇ ਲੋਕਾਂ ਨੇ ਜਿਨ੍ਹਾਂ ਦੀ ਵਡਿਆਈ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਘਰ ਘਰ ਦੇ ਵਿੱਚ ਹੁੰਦੀ ਸੀ, ਉਹਨਾਂ ਲੋਕਾਂ ਨੇ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜਸ ਗਾਇਆ ਸੀ, ਅੱਜ ਉਹੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆ ਕੇ ਆਖਦੇ ਨੇ, ਕਹਿੰਦੇ ਤੁਸੀਂ ਇਸ ਕੰਮ ਨੂੰ ਛੱਡ ਕੇ ਜਾ ਰਹੇ ਸੀ ਨਾ। ਸਾਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਕਹਿੰਦੇ ਸਾਡੇ ਮਨ ਦੇ ਵਿੱਚ ਬਹੁਤ ਰੋਸ ਪੈਦਾ ਹੋ ਗਿਆ, ਸਾਡੇ ਮਨ ਦੇ ਵਿੱਚ ਅਫਸੋਸ ਪੈਦਾ ਹੋ ਗਿਆ। ਤੇ ਇਸੇ ਕਰਕੇ ਕਹਿੰਦੇ ਪਰ ਤੁਸੀਂ ਤਾਂ ਉਪਕਾਰੀ ਹੋ, ਤੁਸੀਂ ਤਾਂ ਸਾਰਿਆਂ ਦੇ ਉੱਤੇ ਉਪਕਾਰ ਕਰਦੇ ਹੋ। ਕਹਿੰਦੇ ਜਦ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਨੇ ਫਿਰ ਤੋਂ ਮੋਦੀਖਾਨਾ ਸੰਭਾਲ ਲਿਆ, ਮੋਦੀਖਾਨੇ ਦਾ ਕੰਮ ਕਾਜ ਆਰੰਭ ਕਰ ਦਿੱਤਾ, ਤਾਂ ਇਹ ਸਾਰਾ ਕੁਝ ਸੁਣ ਕੇ ਫਿਰ ਸਾਰੇ ਲੋਕ ਸੁਲਤਾਨਪੁਰ ਨਗਰ ਦੇ ਰਹਿਣ ਵਾਲੇ ਵਸਨੀਕ ਬਹੁਤ ਖੁਸ਼ ਹੁੰਦੇ ਨੇ ਤੇ ਫਿਰ ਆਖਦੇ ਨੇ, ਹੇ ਗੁਣਾਂ ਦੇ ਸਮੁੰਦਰ ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੁਹਾਡੇ ਕੰਮ ਦੇ ਵਿੱਚ ਹੋਰ ਵਾਧਾ ਹੋਵੇ। ਜਥਾ ਉਚਿਤ ਸਨਮਾਨ ਕੈ ਪਿਤਾ ਕੀਨ ਗੁਣ ਐ ਨਾ, ਕਰਨ ਲਗੇ ਮੋਦੀ ਕਿਰਤ ਪੂਰਵ ਜਿਉ ਮਨ ਪੈਣਾ। ਜਿਵੇਂ ਉਚਿਤ ਸੀ ਆਦਰ ਦੇ ਕੇ ਗੁਣਾਂ ਦੇ ਖਜ਼ਾਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਰਿਆਂ ਦੀਆਂ ਝੋਲੀਆਂ ਭਰ ਕੇ ਉਹਨਾਂ ਨੂੰ ਵਿਦਾ ਕਰਦੇ ਨੇ, ਉਹਨਾਂ ਨੂੰ ਵਿਦਾ ਕਰਦੇ ਨੇ, ਉਹਨਾਂ ਦੇ ਜੀਵਨ ਦੇ ਵਿੱਚ ਸੁੱਖ ਪ੍ਰਦਾਨ ਕਰਦੇ ਨੇ। ਤੇ ਇਸੇ ਤਰ੍ਹਾਂ ਕਹਿੰਦੇ ਨੇ ਕਰਨ ਲੱਗੇ ਮੋਦੀ ਕਿਰਤ, ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮੋਦੀ ਦੀ ਕਿਰਤ ਕਰਨ ਲੱਗ ਪਏ ਨੇ। ਪੂਰਵ ਜਿਉ ਮਨ ਪੈਣਾ, ਤੇ ਜਿਵੇਂ ਪਹਿਲਾਂ ਹੀ ਨੇ ਧੜਕ ਹੋ ਕੇ ਕੰਮ ਕਰਦੇ ਸਨ, ਕਿਸੇ ਦਾ ਮਨ ਦੇ ਵਿੱਚ ਡਰ ਨਹੀਂ ਸੀ, ਕਿਸੇ ਦਾ ਮਨ ਦੇ ਵਿੱਚ ਭੈ ਨਹੀਂ ਸੀ। ਉਸੇ ਪ੍ਰਕਾਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਸ ਤਰ੍ਹਾਂ ਉਹਨਾਂ ਨੇ ਮੋਦੀਖਾਨੇ ਦਾ ਕੰਮ ਕਾਜ ਆਰੰਭ ਕੀਤਾ ਸੀ, ਉਸੇ ਤਰ੍ਹਾਂ ਫਿਰ ਤੋਂ ਦੁਬਾਰਾ ਤੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮੋਦੀਖਾਨੇ ਦੀ ਕਾਰ ਕਰਨ ਲੱਗ ਪਏ ਨੇ। ਇੱਥੇ ਇਸ ਅਧਿਆਏ ਦੀ ਸਮਾਪਤੀ ਹੁੰਦੀ ਹੈ ਤੇ ਇਸ ਦੇ ਵਿੱਚ ਅਸੀਂ ਪ੍ਰਸੰਗ ਦੇ ਵਿੱਚ ਸਰਵਣ ਕੀਤਾ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਕੋਈ ਸ਼ਿਕਾਇਤ ਕਰਦਾ ਹੈ, ਜੈ ਰਾਮ ਜੀ ਦੇ ਕੋਲ ਜਾ ਕੇ ਉਹਨਾਂ ਦੇ ਕੰਨ ਭਰਨ ਦਾ ਯਤਨ ਕਰਦਾ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਫਿਰ ਦੁਆਰਾ ਦੌਲਤ ਖਾਨ ਲੋਧੀ ਦੇ ਕੋਲ ਜਾ ਕੇ ਲੇਖਾ ਜੋਖਾ ਕਰਦੇ ਨੇ ਤੇ ਲੇਖਾ ਜੋਖਾ ਕਰਨ ਤੋਂ ਬਾਅਦ 135 ਰਜਤਪਣ ਦੀ ਰਾਸ਼ੀ ਜਿਹੜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਖਾਤੇ ਦੇ ਵਿੱਚ ਵੱਧ ਨਿਕਲਦੀ ਹੈ ਤੇ ਨਾਲ ਹੀ ਨਾਲ ਦੌਲਤ ਖਾਨ ਲੋਧੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੰਮ ਕਾਜ ਤੋਂ ਪ੍ਰਸੰਨ ਹੋ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਇਨਾਮ ਦੇ ਵਜੋਂ 1700 ਰੁਪਏ ਰਜਤਪਣ ਦੀ ਜਿਹੜੀ ਰਾਸ਼ੀ ਹੈ ਉਹ ਇਨਾਮ ਦੇ ਵਜੋਂ ਦਿੰਦੇ ਨੇ ਤੇ ਮਨ ਦੇ ਵਿੱਚ ਬਹੁਤ ਪ੍ਰਸੰਨ ਹੁੰਦੇ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੁਆਰਾ ਤੋਂ ਫਿਰ ਮੋਦੀ ਦੀ ਕਾਰ ਸੰਭਾਲਦੇ ਨੇ। ਕੱਲ ਦੇ ਦੀਵਾਨਾਂ ਦੇ ਵਿੱਚ ਅਸੀਂ 19ਵੀਂ ਅਧਿਆਏ ਦੀ ਜਿਹੜੀ ਆਰੰਭਤਾ ਹੈ ਉਹ ਕਰਾਂਗੇ, ਜਿਸ ਦਾ ਪ੍ਰਸੰਗ ਦਾ ਸਿਰਲੇਖ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਵ ਸਤਿਗੁਰੂ ਜੀ ਦੀ ਸਗਾਈ। ਅਗਲੇ ਦੀਵਾਨਾਂ ਦੇ ਵਿੱਚ ਇਹ ਵਿਚਾਰਾ ਸਰਵਣ ਕਰਾਂਗੇ। ਵਿਚਾਰਾ ਕਰਦਿਆਂ ਭੁੱਲਾਂ ਚੁੱਕ ਹੋ ਜਾਣੀਆਂ ਸੁਭਾਵਿਕ ਨੇ, ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਬਖਸ਼ਦਿਆਂ ਹੋਇਆਂ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।